आज हमने इस टॉपिक में तारीख की कुछ कहानियाँ और पहेलियाँ सॉल्व की हैं। वीडियो एंड तक देखें। बिस्मिल्लाहिर्रहमानिर्रहीम। ਅੱਜ ਅਸੀਂ ਸ਼ਾਹਬੂਦੀਨ ਗੋਰੀ ਦੀ ਸ਼ਹਾਦਤ ਦੇ ਉੱਤੇ ਗੱਲ ਕਰਾਂਗੇ ਤੇ ਪਿਛਲੀ ਮੈਂ ਵੀਡੀਓ ਬਣਾਈ ਸੀ ਕੋਕਰ ਕਬੀਲੇ ਦੇ ਉੱਤੇ ਤੇ ਕਾਫੀ ਸਵਾਲ ਆਏ ਸਨ, ਉਹਨਾਂ ਦੇ ਜਵਾਬ ਵੀ ਇਹਦੇ ਵਿੱਚ ਤੇ ਹਕੀਕਤ ਆ ਟੈਕਨੀਕਲੀ ਤੇ ਤਕਨੀਕੀ ਜਾਇਜ਼ਾ ਕਿ ਕਿੰਨੇ ਅਸਲ ਸ਼ਾਹਬੂਦੀਨ ਗੋਰੀ ਨੂੰ ਸ਼ਹੀਦ ਕੀਤਾ। ਇਹਦੇ ਬਾਰੇ 'ਚ ਤਾਰੀਖ ਤੋਂ ਤਿੰਨ ਮੁਖਤਲਿਫ ਰਾਏ ਮਿਲਦੀਆਂ ਨੇ ਕਿ ਪ੍ਰਿਥਵੀ ਰਾਜ ਚੌਹਾਨ ਜਾਂ ਇਹਦੇ ਕਿਸੇ ਸਾਥੀ ਨੇ ਜਾਂ ਕੋਕਰ ਕਬੀਲੇ ਨੇ ਜਾਂ ਖੋਖਰਾਂ ਨੇ ਜਾਂ ਇਸਮਾਈਲੀ ਸ਼ਿੱਦਤ ਪਸੰਦ ਕਿਸੇ ਦਹਿਸ਼ਤਗਰਦ ਨੇ। ਅਸੀਂ ਪਹਿਲੀ ਰਾਏ ਤੇ ਪਹਿਲੇ ਸਾਰਿਆਂ ਨਾਲੋਂ ਪਹਿਲੇ ਗੱਲ ਕਰਾਂਗੇ ਕਿ ਪ੍ਰਿਥਵੀ ਰਾਜ ਚੌਹਾਨ ਤੇ ਜਾਂ ਇਹਦਾ ਸਾਥੀ ਉਹਨੇ ਕਤਲ ਕੀਤਾ ਕਿ ਨਹੀਂ ਕੀਤਾ, ਉਹਨੂੰ ਅਸੀਂ ਟੈਕਨੀਕਲੀ ਵੇਖਾਂਗੇ। ਪਹਿਲੀ ਜਿਹੜੀ ਰਾਏ ਆ ਉਹਦਾ ਕੋਈ ਸਬੂਤ ਨਹੀਂ ਮਿਲਦਾ ਤਾਰੀਖ ਤੋਂ, ਕਿਉਂਕਿ ਪ੍ਰਿਥਵੀ ਰਾਜ ਚੌਹਾਨ ਪਹਿਲੇ ਸ਼ਿਕਸਤ ਖਾ ਕੇ ਮਰ ਗਿਆ ਸੀ ਤੇ ਉਹ 1192 ਵਿੱਚ ਮਰਿਆ ਸੀ ਪ੍ਰਿਥਵੀ ਰਾਜ ਚੌਹਾਨ, ਤੇ ਜਿਹੜਾ ਗੋਰੀ ਆ ਉਹਨੂੰ 1206 ਸ਼ਹੀਦ ਕੀਤਾ ਗਿਆ। ਤੇ ਇਹ ਲਈ ਜਿਹੜਾ ਮੌਕਫ ਹੈ ਬਿਲਕੁਲ ਹੀ ਗਲਤ ਹੈ, ਇਹਦਾ ਤਾਰੀਖ ਦੇ ਉੱਤੇ ਬਿਲਕੁਲ ਨਹੀਂ ਬੈਠਦਾ ਤੇ ਇਹਦਾ ਕੋਈ ਸਬੂਤ ਵੀ ਨਹੀਂ ਆ ਕਿ ਇਹਦਾ ਕੋਈ ਕਿਸੇ ਸਾਥੀ ਨੇ ਜਾਂ ਪ੍ਰਿਥਵੀ ਰਾਜ ਚੌਹਾਨ ਨੇ। ਇਹ ਬਸ ਐਵੇਂ ਬਨਾਵਟੀ ਗੱਲ ਆ, ਤਾਰੀਖ ਦੇ ਵਿੱਚ ਲੋਕਾਂ ਨੇ ਐਵੇਂ ਹਿੰਦੂਆਂ ਨੇ ਫੈਬਰੀਕੇਟਿਡ ਹਿਸਟਰੀ ਪਾੜ ਦਿੰਦੇ ਆ। ਦੂਸਰਾ ਮੌਕਫ ਅਸੀਂ ਖੋਖਰਾਂ ਦੇ ਉੱਤੇ ਗੱਲ ਕਰਾਂਗੇ। ਪਹਿਲੇ ਅਸੀਂ ਹਿੰਦੂ ਮੌਕਫ ਜਾਣਾਂਗੇ ਖੋਖਰਾਂ ਦੇ ਬਾਰੇ 'ਚ। ਪਹਿਲੇ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਆ ਕਿ ਕਿਹਾ ਜਾਂਦਾ ਖੋਖਰ 2000 ਸਾਲ ਜਾਂ 5000 ਸਾਲ ਪੁਰਾਣੀ ਕੌਮ ਆ। ਜਿਹੜੀਆਂ ਇੱਥੋਂ ਦੀਆਂ ਜੱਦੀ ਜ਼ਾਤਾਂ 5000 ਸਾਲ ਪੁਰਾਣੀਆਂ ਤੇ 2000 ਸਾਲ ਪੁਰਾਣੀਆਂ ਰਾਜਪੂਤ ਤੇ ਜੱਟ ਵੇਖ ਲਓ 1 ਕਰੋੜ ਦੇ ਕਰੀਬ ਆ ਤੇ ਉਹਨਾਂ 'ਚ ਕਿੰਨੀ ਤਾਦਾਦ 'ਚ ਹਿੰਦੂ ਆ। ਇਹਦੇ ਬਰਕਸ ਤੁਸੀਂ ਖੋਖਰਾਂ ਨੂੰ ਵੇਖੋ, ਉਹ 1,17,000 ਆ ਤੇ ਵਿੱਚ ਹਿੰਦੂ ਸਿੱਖ ਨਹੀਂ ਹੈ। 99.9% ਉਹ ਮੁਸਲਮਾਨ ਆ ਤੇ ਉਹਨਾਂ ਦੀ ਤਾਦਾਦ ਨਹੀਂ ਦੱਸਦੀ ਉਹ ਇੰਨੇ ਪੁਰਾਣੇ ਆ। ਹੁਣ ਅਸੀਂ ਮੁਸਲਮਾਨਾਂ ਦਾ ਮੌਕਾ ਵੇਖਾਂਗੇ ਕਿ ਖੋਖਰ ਕੁਤਬ ਸ਼ਾਹ ਦੀ ਔਲਾਦ ਆ। ਤੁਸੀਂ ਸੂਬੇ ਦੇ ਹਿਸਾਬ ਨਾਲ ਵੇਖ ਲਓ, ਸਾਰਿਆਂ ਨਾਲੋਂ ਜ਼ਿਆਦਾ ਖੋਖਰ ਪਹਿਲੇ ਪੰਜਾਬ 'ਚ, ਪਹਿਲੇ ਹੱਥ ਦੂਜੇ ਹੱਥ ਕਸ਼ਮੀਰ 'ਚ, ਤੀਜੇ ਹੱਥ ਬਲੋਚਿਸਤਾਨ 'ਚ। ਇੰਝ ਅਵਾਨਾਂ ਨੂੰ ਵੇਖੋ, ਸਾਰਿਆਂ ਨਾਲੋਂ ਜ਼ਿਆਦਾ ਪਹਿਲੇ ਪੰਜਾਬ 'ਚ, ਦੂਜੇ ਹੱਥ ਕਸ਼ਮੀਰ 'ਚ ਤੇ ਤੀਜੇ ਹੱਥ ਬਲੋਚਿਸਤਾਨ। ਨਾਲ ਤੁਸੀਂ ਸੱਜੇ ਪਾਸੇ ਮਜ਼ਹਬ ਦੇ ਹਿਸਾਬ ਨਾਲ ਵੇਖੋ, ਖੋਖਰ 99.9% ਮੁਸਲਮਾਨ ਹੈ, ਤਾਦਾਦ ਉਹਨਾਂ ਦੀ ਸਿਰਫ 1,17,000 ਆ। ਉਸ ਦੇ ਥੱਲੇ ਤੁਸੀਂ ਅਵਾਨਾਂ ਨੂੰ ਵੇਖੋ, ਅਵਾਨ 100% ਮੁਸਲਮਾਨ ਆ। ਇਹੀ ਵਜ੍ਹਾ ਹੈ ਕਿ ਇਹਨਾਂ ਕੋਲ ਬੜੇ ਬੜੇ ਪੁਰਾਣੇ ਸਦੀਆਂ ਪੁਰਾਣੇ ਸ਼ਜਰੇ ਪਏ ਆ ਅਵਾਨਾਂ ਖੋਖਰਾਂ ਦੋਨਾਂ ਕੋਲ। 120 ਸਾਲ ਪਹਿਲੇ ਦੀ ਮਰਦਮਸ਼ੁਮਾਰੀ ਤੁਸੀਂ ਵੇਖ ਲਵੋ, ਖੋਖਰ ਜਿਹੜੇ ਆ ਉਹ 99.9% ਮੁਸਲਮਾਨ ਆ, ਹਿੰਦੂ ਸਿੱਖ ਵਿੱਚ ਨਾ ਹੋਣ ਦੇ ਬਰਾਬਰ ਆ ਤੇ ਕ੍ਰਿਸਚਨ ਬਿਲਕੁਲ ਵੀ ਨਹੀਂ ਆ। ਅੱਜ ਕੱਲ੍ਹ ਕ੍ਰਿਸਚਨ ਵੀ ਇਹਨਾਂ 'ਚ ਬਹੁਤ ਜ਼ਿਆਦਾ, ਹਿੰਦੂ ਸਿੱਖ ਸਾਰੇ ਜਿਹੜੇ ਆ ਨਵੇਂ ਖੋਖਰ ਬਣੇ ਆ। ਤੇ 120 ਸਾਲ ਪਹਿਲੇ ਲੋਕਾਂ 'ਚ ਬਿਮਾਰੀ ਨਹੀਂ ਕਬੀਲਾ ਬਦਲਣ ਦੀ, ਤੇ ਉਸ ਹਿਸਾਬ ਨਾਲ ਅਗਰ ਵੇਖਿਆ ਜਾਏ ਤਾਂ ਖੋਖਰ ਜਿਹੜੇ ਆ ਉਹ ਮੁਸਲਮਾਨਾਂ ਦੀ ਜ਼ਾਤ ਆ ਤੇ ਕੁਤਬ ਸ਼ਾਹ ਦੀ ਔਲਾਦ ਆ। ਇਸ ਟੋਪਿਕ ਨੂੰ 'ਤੇ ਮੈਂ ਡਿਟੇਲ ਨਾਲ ਵੀਡੀਓ ਬਣਾਈ ਆ ਤੇ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਆ, ਜਿਹਨੂੰ ਸ਼ੌਕ ਹੋਵੇ ਉਹ ਵੇਖ ਸਕਦਾ ਹੈ। ਤੇ ਇਹ ਸਮਝਣ ਦੀ ਜ਼ਰੂਰਤ ਸੀ ਹਿਸਟਰੀ ਤੋਂ ਪਹਿਲਾਂ। ਹੁਣ ਅਸੀਂ ਹਿਸਟਰੀ ਵੱਲ ਚੱਲਦੇ ਹਾਂ, ਅੱਗੋਂ ਕਰਨੇ ਆ ਸਟਾਰਟ ਦੂਸਰੀ ਰਾਏ ਤਾਰੀਖ ਤੇ ਕਹਾਣੀਆਂ ਜਿਹੜੀਆਂ ਨੇ ਉਹਨਾਂ ਦੇ ਮੁਤਾਬਿਕ ਗੋਰੀ ਨੇ ਖੋਖਰਾਂ 'ਤੇ ਹਮਲਾ ਕੀਤਾ ਜਾਂ ਜੰਗ ਕੀਤੀ, ਫਿਰ ਖੋਖਰਾਂ ਨੂੰ ਮਾਰ ਦਿੱਤਾ ਵਾਪਸ, ਜਾਂ ਖੋਖਰਾਂ ਜਾਂਦੇ ਉਹਨੂੰ ਵਾਪਸ ਲੁੱਟ ਲਿਆ ਤੇ ਗੋਰੀ ਨੂੰ ਮਾਰ ਦਿੱਤਾ, ਜਾਂ ਖੋਖਰਾਂ ਨੇ ਪ੍ਰਿਥਵੀ ਰਾਜ ਚੌਹਾਨ ਦਾ ਬਦਲਾ ਲਿਆ। ਤਾਰੀਖ ਦਾ ਮੁਕਾਬਲਾ ਅਸੀਂ ਟੈਕਨੀਕਲ ਐਨਾਲਿਸਿਸ ਨਾਲ ਲਵਾਂਗੇ ਹੁਣੇ, ਤੇ ਉਹ ਗੱਲ ਸਮਝਾਉਣੀ ਜ਼ਰੂਰੀ ਸੀ ਤਾਂ ਕਿ ਤੁਸੀਂ ਤਾਰੀਖ ਨੂੰ ਟੈਕਨੀਕਲੀ ਸਮਝ ਸਕੋ। ਅੱਗੇ ਅਗਰ ਵੇਖਿਆ ਜਾਏ ਉਹਦੇ ਵਿੱਚ ਵੀ ਤਿੰਨ ਰਾਇਆਂ ਤੇ ਹਿੰਦੂ ਤਾਰੀਖ ਦੀਆਂ ਤਿੰਨ ਰਾਏ ਖੋਖਰਾਂ ਦੇ ਮੁਤਲਕ। ਤਿੰਨਾਂ ਦੇ ਮੁਤਾਬਿਕ ਗੱਲ ਇਹੀ ਆ ਕਿ ਗੋਰੀ ਨੂੰ ਖੋਖਰਾਂ ਹੀ ਮਾਰਿਆ ਤੇ ਇਹਦੀ ਫੌਜ ਨੂੰ ਹੀ ਵਾਹਵਾ ਨੁਕਸਾਨ ਕੀਤਾ, ਠੀਕ ਆ। ਤੇ ਉਹਦਾ ਖੁਲਾਸਾ ਇਹ ਆ ਕਿ ਫਿਰ ਕੁਤਬੁਦੀਨ ਐਬਕ ਆਇਆ ਆਪਣਾ ਲਸ਼ਕਰ ਲੈ ਕੇ, ਜਿੰਨੇ 30,000 ਖੋਖਰ ਸਿਪਾਹੀ ਤੇ 15 ਲੱਖ ਆਵਾਮ ਦਾ ਕਤਲ ਕੀਤਾ, ਜਿਹਦੇ 'ਚ ਅੱਗ ਲਾ ਕੇ ਘਰ ਜਲਾ ਤੇ ਬੱਚੇ ਬੂढ़े ਔਰਤਾਂ ਸਾਰਿਆਂ ਨੂੰ ਕਤਲ ਕਰਤਾ ਆਮ ਆਵਾਮ ਨੂੰ। ਤੇ ਜੰਗਜੂ ਵੀ ਜਿਹੜੇ ਸਨ ਉਹਨਾਂ ਨੇ ਆਪਣਾ ਸਰੈਂਡਰ ਕਰਨ ਦੀ ਬਜਾਏ ਅੱਗਾਂ ਛਲੰਗਾਂ ਲਾਉਂਦੇ। ਇੰਝ ਦੀ ਸਾਰੀਆਂ ਕਹਾਣੀਆਂ ਹੈਗੀਆਂ ਇਹਦੇ ਖੁਲਾਸਾ, ਤੇ ਇਹ ਮੈਂ ਤੁਹਾਨੂੰ ਸਾਰੀਆਂ ਵਿਖਾ ਦਿੱਤੀਆਂ। ਅੱਗੋਂ ਹੁਣ ਇਹਨਾਂ ਨੂੰ ਟੈਕਨੀਕਲੀ ਵੇਖਣੇ ਆ। ਅੱਗੋਂ ਇਹਦੇ 'ਚ ਵੀ ਰਾਏ ਨੇ ਕਿ ਗੋਰੀ ਨੂੰ ਰਾਮ ਲਾਲ ਖੋਖਰ ਨੇ ਜੰਗ ਦੇ ਦੌਰਾਨ ਸ਼ਹੀਦ ਕੀਤਾ, ਫਿਰ ਉਹਦੇ 'ਚ ਵੀ ਆ ਜਾਂ ਖੈਮੇ ਜਾ ਕੇ ਉਹਨੇ ਪਿੱਛੋਂ ਦੀ ਵਾਰ ਕਰਕੇ ਨਮਾਜ਼ ਸ਼ਹੀਦ ਕੀਤਾ। ਹੁਣ ਅਸੀਂ ਟੈਕਨੀਕਲੀ ਪਰਖਾਂਗੇ ਇਹ ਸਾਰੀ ਤਾਰੀਖ ਨੂੰ, ਇਹਦਾ ਜਾਇਜ਼ਾ ਲੈਂਦੇ ਹਾਂ। 30,000 ਖੋਖਰ ਸਿਪਾਹੀ ਤੇ ਜੰਗਜੂ ਦਾ ਵਜੂਦ ਜਿਹੜਾ ਮਿਸਾਲ ਦੇ ਤੌਰ 'ਤੇ ਤੁਰਕਾਂ ਦਾ 13ਵੀਂ ਸਦੀ ਦਾ ਸਾਰਿਆਂ ਨਾਲੋਂ ਵੱਡਾ ਕਾਈ ਕਬੀਲਾ ਸੀ ਤੇ ਇਹਦੇ ਸਿਪਾਹੀਆਂ ਦੀ ਤਾਦਾਦ 2 ਤੋਂ 3,000 ਸੀ ਤੇ ਖੋਖਰਾਂ ਦੀ ਤਾਦਾਦ ਜਿਹੜੀ ਉਹ 30,000 ਸੀ। ਰਾਮ ਲਾਲ ਖੋਖਰ ਦਾ ਵਜੂਦ ਹੀ ਨਹੀਂ ਹੈਗਾ ਤਾਰੀਖ ਦੇ ਵਿੱਚ। ਇਹ ਕਿਹਾ ਜਾਂਦਾ ਕਿ ਅਫਸਾਨਵੀ ਕਰੈਕਟਰ ਆ। ਤੇ ਇਹ ਸਾਰੀਆਂ ਕਹਾਣੀਆਂ ਅੱਗੋਂ ਇਹਨਾਂ ਨੂੰ ਹੋਰ ਤੁਹਾਨੂੰ ਵਿਖਾਉਂਦੇ ਹਾਂ ਟੈਕਨੀਕਲੀ ਐਨਾਲਿਸਿਸ ਕਰਕੇ। ਤੇ ਇਹ ਗੱਲ ਜਿਹੜੀ ਹਿਸਟਰੀ ਦੇ ਉੱਤੇ ਫਿੱਟ ਨਹੀਂ ਬਹਿੰਦੀ ਹੈਗੀ, ਇਹ ਸਾਰੇ ਜਿਹੜਾ ਨਾ ਇਹ ਅੱਗੋਂ ਹੁਣ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਐਕਸਪਲੇਨ ਕਰਨੇ ਆ ਕਿ 15 ਲੱਖ ਲੋਕਾਂ ਨੂੰ ਜਲਾਉਣਾ, ਘਰ ਜਲਾਉਣਾ, ਆਮ ਆਵਾਮ ਦਾ ਕਤਲ, ਇਹ ਟੈਕਨੀਕਲੀ ਤਕਨੀਕੀ ਗਲਤ ਆ। ਇਸਲਾਮ ਦੇ ਵਿੱਚ ਆਮ ਆਵਾਮ ਦਾ ਕਤਲ ਹਰਾਮ ਆ ਤੇ ਅੱਗ 'ਚ ਜਲਾਉਣਾ
ਵੀ ਹਰਾਮ ਅਤੇ ਜੁਰਮ ਆ। ਤਾਰੀਖ ਜਿਹੜੀ ਆ ਉੱਥੋਂ ਵੀ ਇਹ ਸਬੂਤ ਨਹੀਂ ਮਿਲਦਾ ਕਿ 15 ਲੱਖ ਲੋਕਾਂ ਦਾ ਕਤਲ ਕੀਤਾ ਗਿਆ ਹੋਏ। ਅੱਗੋਂ ਹੁਣ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਉਹ ਹਿੰਦੂ ਸਿੱਖ ਜਿਹੜੇ ਆ ਉਹ ਲਿਖ ਜਾਂਦੇ ਆ, ਅੱਗੋਂ ਮੁਸਲਮਾਨ ਜਿਹੜੇ ਮੌਰਖੀਨ ਆ ਉਹ ਵੀ ਤਸਦੀਕ ਕੀਤੇ ਬਗੈਰ ਲਿਖੀ ਜਾਂਦੇ ਆ। ਇਹ ਤਾਂ ਕਹਾਣੀਆਂ ਤਾਂ ਲਿਖੀਆਂ ਜਾਂਦੀਆਂ ਕਿ ਹਿੰਦੂਆਂ ਨੂੰ ਹੀਰੋ ਅਤੇ ਮਜ਼ਲੂਮ ਬਣਾਇਆ ਜਾਏ ਅਤੇ ਮੁਸਲਮਾਨਾਂ ਨੂੰ ਜ਼ਾਲਮ ਵਿਖਾਇਆ ਜਾਏ, ਅੱਗ ਜਲਾਉਣਾ, ਘਰ ਜਲਾਉਣਾ। ਸਾਰੀਆਂ ਕਹਾਣੀਆਂ ਇਹਨਾਂ ਦੀਆਂ ਨਾ ਹਰ ਕਿਸੇ ਦੀਆਂ ਮਿਲਦੀਆਂ ਜੁਲਦੀਆਂ ਹੁੰਦੀਆਂ। ਜਿਵੇਂ ਮਿਸਾਲ ਦੇ ਤੌਰ 'ਤੇ ਅਲਾਉਦੀਨ ਖਿਲਜੀ 'ਤੇ ਇਹਨਾਂ ਨੇ ਮੂਵੀ ਬਣਾਈ। ਇਹ ਸਾਰਾ ਕੁਛ ਇੱਕੋ ਹੀ ਵਰਗੇ ਰਾਈਟਰ ਜਿਹੜੇ ਆ ਹਿੰਦੂਆਂ ਦੇ ਉਹ ਲਿਖਦੇ ਆ ਇਹੋ ਜਿਹੀਆਂ ਕਹਾਣੀਆਂ, ਅਤੇ ਆਵਾਮ ਉਹਨਾਂ ਦੇ ਉੱਤੇ ਈਮਾਨ ਲੈਂਦੀ ਆ। ਇੱਥੇ ਇੱਕ ਦਿਲਚਸਪ ਗੱਲ ਇਹ ਆ ਕਿ ਖੋਖਰਾਂ ਦਾ ਆਖਰ ਜ਼ਿਕਰ ਕਿਉਂ ਆਇਆ ਗੋਰੀ ਦੇ ਖਿਲਾਫ ਤਾਰੀਖ ਦੇ ਵਿੱਚ, ਅਤੇ ਸਾਲ ਖੋਖਰ ਦਾ ਜ਼ਿਕਰ ਕੁਤਬ ਸ਼ਾਹ ਦੀ ਔਲਾਦ ਤੋਂ ਵੀ ਸਾਬਤ ਆ ਕਿ ਸਾਲ ਖੋਖਰ ਇੱਕ ਸੀ ਅਤੇ ਉਹਨਾਂ ਨੇ ਗੋਰੀ ਦੇ ਖਿਲਾਫ ਬਗਾਵਤ ਕੀਤੀ ਸੀ। ਆ ਵੀ ਅਸੀਂ ਤੁਹਾਨੂੰ ਦੱਸਣੇ ਆ ਕਿ ਆਖਰ ਤਾਰੀਖ 'ਚ ਲਫ਼ਜ਼ ਖੋਖਰ ਜਾਂ ਖੋਖਰ ਖਾਨਦਾਨ ਦਾ ਜ਼ਿਕਰ ਗੋਰੀ ਦੇ ਖਿਲਾਫ ਕਿਵੇਂ ਆਇਆ। ਇਹਨੂੰ ਤੁਸੀਂ ਖੋਖਰਾਂ ਦੀ ਤਾਦਾਦ ਮੈਂ ਤੁਹਾਨੂੰ ਪਿੱਛੇ ਵਿਖਾਈ ਆ, ਉਸ ਹਿਸਾਬ ਨਾਲ ਟੈਕਨੀਕਲੀ ਵੇਖੋ ਕਿ ਇਹਨਾਂ ਦਾ ਜ਼ਿਕਰ ਜਿਹੜਾ ਹੈ ਖੋਖਰਾਂ ਦਾ, ਇਹਦੀ ਹਕੀਕਤ ਹੈ ਕਿ 1200 ਦੇ ਵਿੱਚ ਖੋਖਰ ਇੱਕ ਖਾਨਦਾਨ ਦਾ ਵਜੂਦ ਰੱਖਦੇ ਸਨ, ਕਬੀਲੇ ਦਾ ਨਹੀਂ। ਕਿਉਂਕਿ ਕੁਤਬ ਸ਼ਾਹ ਜਿਹੜੇ ਸਨ ਉਹ 1100 'ਚ ਫੌਤ ਹੋਏ ਸਨ। ਉਸ ਹਿਸਾਬ ਨਾਲ ਵੇਖਿਆ ਜਾਏ ਤਾਂ ਖੋਖਰਾਂ ਦੀ ਤਾਦਾਦ ਜਿਹੜੀ ਆ ਉਹ ਇੱਕ ਖਾਨਦਾਨ ਦੇ ਹਿਸਾਬ ਨਾਲ ਹੋਣੀ ਚਾਹੀਦੀ, 100-150 ਸਾਲ ਦੇ ਵਿੱਚ, ਕਿ ਇੱਕ ਖਾਨਦਾਨ ਦਾ ਵਜੂਦ ਕਾਇਮ ਹੁੰਦਾ ਹੈ, ਕਬੀਲੇ ਦਾ ਨਹੀਂ। ਅਤੇ ਉਹ ਖਾਨਦਾਨ ਨੇ ਬਗਾਵਤ ਕੀਤੀ ਹੈ, ਸੱਚ ਆ। ਕੁਤਬ ਸ਼ਾਹ ਵਾਲੀ ਸਾਈਡ ਦੀ ਹਿਸਟਰੀ ਤੋਂ ਵੀ ਇਹ ਗੱਲ ਸਾਬਤ ਆ। ਸਾਲ ਖੋਖਰ ਜਿਹੜੇ ਹਨ ਉਹ ਕੁਤਬ ਸ਼ਾਹ ਦੀ 6ਵੀਂ ਪੁਸ਼ਤ 'ਚੋਂ ਸਨ, ਅਤੇ ਅਕਸਰ ਅਤੇ ਬੇਸ਼ਤਰ ਖੋਖਰਾਂ ਦੇ ਵਿੱਚ ਇਹਨਾਂ ਦੇ ਅਸਲ ਨਾਂ ਨਾਲੋਂ ਜ਼ਿਆਦਾ ਇਹਨਾਂ ਦੇ ਲਕਬ ਮਸ਼ਹੂਰ ਆ, ਅਤੇ ਇਹ ਸ਼ਜਰੇ ਦਾ ਹਿੱਸਾ ਵਾ। ਬਿਨ ਸਾਲ ਇਹਨਾਂ ਦੇ ਬੇਟੇ ਸਨ ਅੱਗੋਂ ਸਾਂਡਰ। ਇਹਨੂੰ ਵੀ ਅਸੀਂ ਐਕਸਪਲੇਨ ਕਰਨੇ ਆ। ਅਕਸਰ ਇਹਨਾਂ ਦੇ ਨਾਵਾਂ ਦੇ ਉੱਤੇ ਲੋਕ ਕ੍ਰਿਟੀਸਾਈਜ਼ ਕਰਦੇ ਆ, ਲੇਕਿਨ ਅਸੀਂ ਇਹਨੂੰ ਵੀ ਐਕਸਪਲੇਨ ਕਰ ਦਿੰਦੇ ਹਾਂ। ਸਾਲ ਜਿਹੜਾ ਨਾਂ ਆ ਇਹ ਅਰਬੀ ਮਲੂਮ ਹੁੰਦਾ। ਇੱਥੋਂ ਇਹਨਾਂ ਖੋਖਰਾਂ ਦੀ ਇੱਕ ਗੋਤ ਸਿਆਲਵੀ ਆ, ਉਹ ਰਾਜਪੂਤ ਵਾਲੇ ਸਿਆਲ ਨਹੀਂ ਆ, ਉਹ ਸਿਆਲਵੀ ਗੋਤ ਖੋਖਰਾਂ ਦੀ ਆ, ਸਾਲ ਤੋਂ ਨਿਕਲੀ ਆ। ਰਾਜਪੂਤ ਜਿਹੜੇ ਸਿਆਲ ਆ ਉਹ ਇੱਕ ਅਲੱਗਾ ਜ਼ਾਤ ਆ, ਅਤੇ ਇਹ ਸਾਲ ਜਿਹੜਾ ਨਾਂ ਆ ਇਹ ਵੀ ਨਿਕਨੇਮ 'ਤੇ ਨਹੀਂ ਹੈਗਾ, ਇਹ ਅਰਬੀ ਮਲੂਮ ਹੁੰਦਾ। ਹੁਣ ਅਸੀਂ ਐਕਸਪਲੇਨ ਕਰਨੇ ਆ ਕਿ ਕੁਤਬ ਸ਼ਾਹ ਦੀ ਔਲਾਦ ਜਾਂ ਖੋਖਰਾਂ ਦਾ ਗੋਰੀ ਦੇ ਖਿਲਾਫ ਬਗਾਵਤ ਦੀ ਵਜ੍ਹਾ ਕੀ ਬਣੀ। ਕੁਤਬ ਸ਼ਾਹ ਦੀ ਜਿਹੜੀ ਔਲਾਦ ਸੀ ਉਹ ਮਹਿਮੂਦ ਗਜ਼ਨਵੀ ਅਤੇ ਇਹਦੀ ਸਲਤਨਤ ਦੀ ਇਤਿਹਾਦੀ ਸੀ, ਅਤੇ ਗੋਰੀ ਨੇ ਗਜ਼ਨੀ ਹੁਕਮਰਾਨ ਖੁਸਰੂ ਮਲਕ 'ਤੇ ਹਮਲਾ ਕੀਤਾ। ਖੋਖਰ ਖਾਨਦਾਨ ਅਤੇ ਦੀਗਰ ਕੁਤਬ ਸ਼ਾਹ ਦੀ ਔਲਾਦ ਨੇ ਬਗਾਵਤ ਕੀਤੀ ਇਹਦੇ 'ਚ, ਅਤੇ ਸਲਤਨਤ ਦਾ ਦਿਫਾਅ ਕਰਨ ਦੀ ਕੋਸ਼ਿਸ਼ ਕੀਤੀ ਗਜ਼ਨੀ ਦੀ, ਔਰ ਬਾਅਦ 'ਚੋਂ ਇਹਨਾਂ ਨੂੰ ਕੈਦ ਵੀ ਕੀਤਾ ਗਿਆ। ਉਹਦੇ 'ਚ ਸੈਦ ਵੀ ਸਨ। ਤੋਂ ਵੀ ਖੋਖਰਾਂ ਤੋਂ ਗੋਰੀ ਨੂੰ ਸ਼ਹੀਦ ਕਰਨਾ ਸਾਬਤ ਨਹੀਂ ਆ, ਬਾ ਮਹਿਦੂਦ ਜੀ ਬਗਾਵਤ ਸਾਬਤ ਆ। ਇਹੀ ਵਜ੍ਹਾ ਕਿ ਲਫ਼ਜ਼ ਖੋਖਰ ਜਿਹੜਾ ਜ਼ਿਕਰ ਇਹਦਾ ਆਇਆ ਤਾਰੀਖ ਦੇ ਵਿੱਚ ਗੋਰੀ ਦੇ ਖਿਲਾਫ। ਬਾਕੀ ਸਾਰੀਆਂ ਬੜਾ ਚੜਾ ਕੇ ਕਹਾਣੀਆਂ ਜਿਹੜੀਆਂ ਤਾਰੀਖ ਦੇ ਵਿੱਚ ਪਾਈਆਂ ਗਈਆਂ, ਜਿਹੜੀਆਂ ਟੈਕਨੀਕਲੀ ਸਾਬਤ ਨਹੀਂ ਆ ਅਤੇ ਟੈਕਨੀਕਲੀ ਦਰੁਸਤ ਨਹੀਂ ਬੈਠਦੀਆਂ ਅਤੇ ਕਾਬਲ ਇਤਬਾਰ ਵੀ ਨਹੀਂ ਹੈਗੀਆਂ। ਅੱਗੋਂ ਹੁਣ ਤੁਹਾਨੂੰ ਦੱਸਾਂਗੇ ਤੀਸਰੀ ਰਾਏ ਜਿਹੜੀ ਹੈਗੀ ਹੈ ਤਾਰੀਖ ਦੀ, ਕਿ ਇਸਮਾਈਲੀਆਂ ਦੇ ਇੱਕ ਖ਼ਾਸ ਗਰੋਹ ਜਾਂ ਕਹਿ ਲਓ ਕਿ ਨਜ਼ਾਰੀ ਇਸਮਾਈਲੀ ਜਿਹੜੇ ਨੇ ਉਹਨਾਂ ਨੇ ਸ਼ਹੀਦ ਕੀਤਾ ਗੋਰੀ ਨੂੰ, ਅਤੇ ਉਹ ਸ਼ਹੀਦ ਕਰਨ ਦੀ ਵਜ੍ਹਾ ਕੀ ਆ। ਤੀਸਰਾ ਤਾਰੀਖ ਦਾ ਰੁਖ ਇਹੀ ਆ। ਇਸਮਾਈਲੀਆਂ ਦੀ ਅਸੈਸੀਨੇਸ਼ਨ ਮਸ਼ਹੂਰ ਆ। ਹੁਣ ਥੋੜ੍ਹਾ ਜਿਹਾ ਤੁਹਾਨੂੰ ਐਕਸਪਲੇਨ ਕਰਨੇ ਆ। ਕਰਾਮਾਤੀਆਂ ਜਾਂ ਕਰਾਮਾਤੀਆ ਇਹ ਬ੍ਰਾਂਚ ਆ ਇਸਮਾਈਲੀਆਂ ਦੀ, ਜਿਨ੍ਹਾਂ ਦੀ ਮੁਲਤਾਨ 'ਤੇ ਹਕੂਮਤ ਸੀ, ਜਿਹੜੀ 10ਵੀਂ ਸਦੀ ਤੋਂ ਲੈ ਕੇ 1175 ਤੱਕ ਰਹੀ, ਅਤੇ ਗੋਰੀ ਦੇ ਉੱਤੋਂ ਖ਼ਤਮ ਹੋਈ। ਇਹਦੇ 'ਤੇ ਦੀਗਰ ਵੀ ਗਜ਼ਨੀ ਨੇ ਵੀ ਹਮਲੇ ਕੀਤੇ ਹਨ, ਲੇਕਿਨ ਗੋਰੀ ਨੇ ਇਹਨਾਂ ਦੀ ਹਕੂਮਤ ਖ਼ਤਮ ਕੀਤੀ, ਅਤੇ ਇਹ ਬਦਲੇ ਦੀ ਅੱਗ ਦੇ ਵਿੱਚ ਇਹਨਾਂ ਨੇ ਗੋਰੀ ਨੂੰ ਸ਼ਹੀਦ ਕੀਤਾ। ਉਹ ਵੀ ਅੱਗੇ ਹੁਣ ਤੁਹਾਨੂੰ ਟੈਕਨੀਕਲੀ ਸਾਬਤ ਕਰਨੇ ਆ ਕਿ ਇਹ ਵਾਲੀ ਰਾਏ ਕਿਉਂ ਦਰੁਸਤ ਆ ਤਾਰੀਖ ਦੀ ਜਿਹੜੀ ਤੀਸਰੀ ਆ ਕਿ ਇਸਮਾਈਲੀ। ਇਹਦੇ 'ਚ ਮੈਂ ਕਿਸੇ ਗਰੋਹ 'ਤੇ ਨਹੀਂ ਤਨਕੀਦ ਕਰ ਰਿਹਾ, ਇਹ ਇਸਮਾਈਲੀਆਂ ਦੀ ਸਲਤਨਤ ਖ਼ਤਮ ਹੋਣ ਤੋਂ ਬਾਅਦ ਉਹਨਾਂ ਬਦਲਾ ਲਿਆ। ਤੁਸੀਂ ਸਕਰੀਨ 'ਤੇ ਪੜ੍ਹ ਸਕਦੇ ਹੋ ਬਾਕੀ ਹਿਸਟਰੀ ਹੁੰਦੀ ਕਿ ਕਿਵੇਂ ਮਹਿਮੂਦ ਗੋਰੀ ਅਤੇ ਇਹਨਾਂ ਦੀ, ਅਤੇ ਇਸ ਤੋਂ ਪਹਿਲੇ ਉਹਨਾਂ ਗਜ਼ਨੀ ਵੀ ਹਮਲੇ ਕੀਤੇ ਇਹਨਾਂ 'ਤੇ। ਬਹਰਹਾਲ ਇਹ ਮੈਂ ਤੁਹਾਨੂੰ ਟੈਕਨੀਕਲੀ ਸਾਬਤ ਕਰਨਾ ਵਾ ਕਿ ਕਿਵੇਂ ਇਸਮਾਈਲੀਆਂ ਦੇ ਹੱਥੋਂ ਗੋਰੀ ਨੂੰ ਸ਼ਹੀਦ ਕੀਤਾ ਗਿਆ, ਆਪਣੀ ਸਲਤਨਤ ਖ਼ਤਮ ਹੋਣ ਦਾ ਮੁਲਤਾਨ ਅਲੀ ਦਾ ਬਦਲਾ ਲਿਆ ਗਿਆ। ਅਤੇ ਤੁਸੀਂ ਐਂਡ ਤੱਕ ਵੀਡੀਓ ਵੇਖੋ। ਹਿੰਦੂ ਰਾਜਪੂਤਾਂ ਜੱਟਾਂ ਦੀ ਪੋਜੀਸ਼ਨ ਇੰਨੀ ਸਟਰੋਂਗ ਨਹੀਂ, ਉਹ ਗੋਰੀ ਨੂੰ ਕਤਲ ਕਰਦੇ, ਇਹ ਇਹਨਾਂ ਦਾ ਕੰਮ ਹੀ ਨਹੀਂ ਸੀ। ਇਹ ਇਸਮਾਈਲੀਆਂ ਦੇ ਹੱਥੋਂ ਜਿਹੜਾ ਟੈਕਨੀਕਲੀ ਹਰ ਤਰਫ ਇਹੀ ਇਸ਼ਾਰਾ ਹੁੰਦਾ ਕਿ ਇਹ ਕੰਮ ਜਿਹੜਾ ਅਸੈਸੀਨੇਸ਼ਨ ਕੀਤੀ ਗਈ ਹੈ, ਅਤੇ ਅਸੈਸੀਨੇਸ਼ਨ ਆਜ਼ਾਦ ਹੀ ਮੁਸਲਮਾਨ ਤਕਫੀਰੀ ਫਿਰਕਿਆਂ ਦੀ ਆ। ਅਤੇ ਅੰਦਾਜ਼ੇ ਕਤਲ ਜਿਹੜਾ ਹੈ ਉਹ ਇਸਮਾਈਲੀ ਸਾਬਤ ਹੁੰਦਾ ਕਿ ਪਿੱਛੋਂ ਖੰਜਰ ਦੇ ਨਾਲ ਖੁਫੀਆ ਤੌਰ 'ਤੇ ਜਿਵੇਂ ਕਿਸੇ ਸਰਬਰਾਹ ਨੂੰ ਕੀਤਾ ਜਾਂਦਾ ਹੈ ਖਾਰਜੀ ਫਿਰਕਿਆਂ ਦੇ ਵਿੱਚ। ਅਤੇ ਫਿਤਰਤ ਹਰ ਕਤਲ ਦਾ ਜਾਂ ਹਰ ਇੱਕ ਅੰਦਾਜ਼ ਹੁੰਦਾ ਇੱਕ ਵਾਕਿਏ ਦਾ, ਅਤੇ ਸਾਰਾ ਵਾਕਿਆ ਇਹਦਾ ਅੰਦਾਜ਼ ਨਮਾਜ਼ 'ਚ ਪਿੱਛੋਂ ਦੀ ਖੰਜਰ ਮਾਰਨਾ, ਕਤਲ ਕਰਕੇ ਫਰਾਰ ਹੋਣਾ, ਸਾਰਾ
ਜਿਹੜਾ ਨਾ ਇਹ ਇਸਮਾਈਲੀ ਅਸੈਸੀਨੇਸ਼ਨ ਜਾਂ ਅਸੈਸਨ ਦਾ ਕੰਮ ਹੈ। ਅਤੇ ਅੱਗੋਂ ਹੁਣ ਤੁਹਾਨੂੰ ਦੱਸਣੇ ਆ ਕਿ ਸ਼ਹਾਬੂਦੀਨ ਗੌਰੀ ਨੂੰ ਜਿਹੜਾ ਪਿੱਛੋਂ ਚਾਕੂ ਮਾਰ ਕੇ ਕਤਲ ਕਰਕੇ ਸ਼ਹੀਦ ਕੀਤਾ ਗਿਆ, ਇਹ ਹਰ ਜਗ੍ਹਾ 'ਤੇ ਤਾਰੀਖ 'ਚ ਆਇਆ, ਇਹ ਹਿੰਦੂਆਂ 'ਚ ਵੀ ਆਈ ਆ ਕਿ ਇਹ ਗੱਲ ਜਿਹੜੀ ਅਥੈਂਟਿਕ ਆ। ਅਤੇ ਆਹ ਜਿਹੜਾ ਅੰਦਾਜ਼ ਆ ਅਸੈਸੀਨੇਸ਼ਨ ਦਾ, ਇਹ ਮੁਸਲਮਾਨ ਖਾਰਜੀ ਫਿਰਕਿਆਂ ਦਾ, ਇਹ ਇਸਮਾਈਲੀਆਂ ਦੇ ਵਿੱਚ ਵੀ ਜਿਹੜੇ ਅੱਗੋਂ ਗਰੋਹ ਨੇ ਸ਼ਿੱਦਤ ਪਸੰਦ, ਉਹਨਾਂ ਦਾ ਅੰਦਾਜ਼ ਆ। ਨਤੀਜਾ ਇਹ ਨਿਕਲਦਾ ਤਾਰੀਖ ਅਤੇ ਟੈਕਨੀਕਲੀ ਜਾਇਜ਼ਾ ਲੈਣ ਤੋਂ ਬਾਅਦ ਕਿ ਗੌਰੀ ਦਾ ਜਿਹੜਾ ਕਤਲ ਹੈ ਉਹ ਇਸਮਾਈਲੀ ਅੰਦਾਜ਼ 'ਚ ਹੋਇਆ, ਅਸੈਸੀਨੇਸ਼ਨ ਹੋਈ ਆ। ਅਤੇ ਬਹਰਹਾਲ ਨਤੀਜਾ ਜਿਹੜਾ ਤਾਰੀਖ ਹਰ ਤਰਫ ਇਹੀ ਇਸ਼ਾਰਾ ਕਰਦੀ ਆ। ਬਾਕੀ ਹਿੰਦੂਆਂ ਸਿੱਖਾਂ ਇਹ ਜਿਹੜੀਆਂ ਕਹਾਣੀਆਂ ਬਣਾਈਆਂ ਖੋਖਰਾਂ ਵਾਲੀਆਂ, ਇਹ ਵੀ ਝੂਠੀ ਆ। ਪ੍ਰਿਥਵੀ ਰਾਜ ਚੌਹਾਨ ਵਾਲੀ ਕਹਾਣੀ ਇਹ ਵੀ ਝੂਠੀ ਆ, ਅਤੇ ਗੱਲਾਂ ਨੂੰ ਐਵੇਂ ਬੜਾ ਚੜ੍ਹਾ ਕੇ ਬਿਆਨ ਕੀਤਾ। ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਹੋਰ ਇਹੋ ਜਿਹੀਆਂ ਹਿਸਟੋਰੀਕਲ ਮਿਸਟੇਕ ਨੂੰ ਠੀਕ ਕਰਨਾ ਚਾਹੁੰਦੇ ਹੋ। ਆ ਤਾਰੀਖ ਖੋਖਰ ਕਬੀਲੇ 'ਤੇ ਮੈਂ ਪੂਰੀ ਇੱਕ ਬਣਾਈ ਆ, ਉਹ ਤੁਸੀਂ ਲਿੰਕ 'ਚ ਵੇਖ ਸਕਦੇ ਹੋ। ਇੱਕ ਅਗਲੀ ਆਖਰੀ ਵੀਡੀਓ ਬਣੇਗੀ ਖੋਖਰ ਕਬੀਲੇ 'ਤੇ, ਜਿਹਦੇ ਵਿੱਚ ਅਸੀਂ ਮਜ਼ੀਦ ਸਬੂਤਾਂ ਦੇ ਨਾਲ ਜਿਹੜੇ ਹਿੰਦੂਆਂ ਦੀ ਤਰਫੋਂ ਸਵਾਲ ਆਏ ਨੇ ਉਹਨਾਂ ਦੇ ਜਵਾਬ ਦੇਵਾਂਗੇ। ਅਤੇ ਉਸ ਤੋਂ ਬਾਅਦ ਅਵਾਨ ਕਬੀਲੇ 'ਤੇ ਸਬੂਤਾਂ ਦੇ ਨਾਲ ਅਥੈਂਟਿਕ ਰਿਸਰਚ ਬਣਾਈ ਜਾਏਗੀ। ਜਿਨ੍ਹਾਂ ਨੂੰ ਸ਼ੱਕ ਹੈ ਅਵਾਨਾਂ ਦੇ ਉੱਤੇ ਅਰਬ ਹੋਣ ਦਾ, ਉਹ ਵੀ ਕਲੀਅਰ ਕੀਤਾ ਜਾਏਗਾ। ਅਤੇ ਦੂਜਾ ਉਸ ਤੋਂ ਅੱਗੇ ਮਜ਼ੀਦ ਵੀ ਦੂਜੇ ਕਬੀਲਿਆਂ 'ਤੇ ਵੀ ਅਥੈਂਟਿਕ ਰਿਸਰਚ ਬਣਾਈ ਜਾਏਗੀ। ਸ਼ੁਕਰੀਆ।